हर हर तेरी ਅੰਮ੍ਰਿਤ ਬਾਣੀ। ਦੂਜੇ ਪਾਤਸ਼ਾਹੀ ਦਾ ਸ਼ਲੋਕ ਹੈ ਇਹ, 15ਵੀਂ ਪੌੜੀ ਦਾ ਸ਼ਲੋਕ ਹੈ। 12ਵੀਂ ਪੌੜੀ ਤੇ 7 ਸ਼ਲੋਕ ਸੀਗੇ, ਦੂਸਰੀਆਂ ਪੌੜੀਆਂ ਦੇ ਫਿਰ 2-2 ਸ਼ਲੋਕ ਹੋ ਗਏ, ਕਿਉਂਕਿ ਉੱਥੇ ਇੱਕ ਵਿਸ਼ੇ ਨੂੰ ਗੁਰੂ ਸਾਹਿਬ ਨੇ ਬੜਾ ਕਲੀਅਰ ਕਰਨਾ ਸੀ। ਸ਼ਲੋਕ ਮਹੱਲਾ ਦੂਜਾ। ਨਾਨਕ ਅੰਧਾ ਹੋਏ ਕੇ ਰਤਨਾ ਪਰਖਨ ਜਾਏ, ਰਤਨਾ ਸਾਰ ਨ ਜਾਣਈ, ਆਵੇ ਆਪ ਲਖਾਏ। ਗੁਰੂ ਸਾਹਿਬ ਕਹਿੰਦੇ ਕੋਈ ਅੰਨਾ ਆਦਮੀ ਹੋਵੇ, ਉਹਨੂੰ ਰਤਨਾਂ ਦੀ ਪਰਖ ਵਾਸਤੇ ਭੇਜ ਦਿਓ ਤਾਂ ਉਹਨੂੰ ਵਿਚਾਰੇ ਨੂੰ ਕੀ ਹੋਊ, ਉਹਨੂੰ ਤਾਂ ਦਿਖਦਾ ਹੀ ਨਹੀਂ। ਰਤਨਾਂ ਦੀ ਪਰਖ ਕਿਵੇਂ ਕਰੂਗਾ? ਇਵੇਂ ਹੀ ਇੱਥੇ ਇਨਸਾਨ ਆਉਂਦਾ ਅੰਨਾ ਹੋ ਜਾਂਦਾ ਹੈ, ਮਨ ਅੰਨਾ ਹੋ ਜਾਂਦਾ ਹੈ। ਮਨ ਉਹਦਾ ਲੋਭੀ, ਕਾਮੀ, ਕ੍ਰੋਧੀ, ਹੰਕਾਰੀ ਇਸ ਤਰ੍ਹਾਂ ਬਣ ਜਾਂਦਾ ਹੈ, ਅਤੇ ਮਨ ਨੂੰ ਲੋਭ ਲਾਲਚ ਤੋਂ ਬਿਨਾਂ ਹੋਰ ਕੁਛ ਦਿਖਦਾ ਹੀ ਨਹੀਂ। ਅਤੇ ਗੁਰੂ ਸਾਹਿਬ ਕਹਿੰਦੇ ਹੁਣ ਅੰਨਾ ਮਨ ਹੈ, ਇਹ ਨਾਮ ਦਾ ਵਪਾਰ ਕਰਨਾ ਆ। ਇਹਨੇ ਹੀਰੇ ਜਵਾਹਰ ਮਾਨਕ ਲੈਣੇ, ਜਿਹੜਾ ਪਰਮਾਤਮਾ ਦਾ ਨਾਮ ਹੈ, ਪਰ ਇਹਨੂੰ ਪਤਾ ਹੀ ਨਹੀਂ ਵੀ ਪਰਮਾਤਮਾ ਦਾ ਨਾਮ ਹੁੰਦਾ ਕੀ ਹੈ, ਕਿਵੇਂ ਲਊਗਾ। ਨਾਨਕ ਅੰਧਾ ਹੋਏ ਕੇ ਰਤਨਾ ਪਰਖਣ ਜਾਏ, ਰਤਨਾ ਸਾਰ ਨਾ ਜਾਣੇ। ਹੁਣ ਸਾਨੂੰ ਪਤਾ ਹੀ ਨਹੀਂ ਨਾਮ ਕੀ ਹੈ, ਸਾਨੂੰ ਪਤਾ ਹੀ ਨਹੀਂ ਪਰਮਾਤਮਾ ਕੀ ਹੈ, ਉਹਦੇ ਨਾਲ ਕਿਹੋ ਜਿਹਾ ਉਹਦਾ ਦਰ ਕਿਹੋ ਜਿਹਾ, ਕਿੱਥੇ ਬੈਠ ਕੇ ਸਾਰੀ ਦੁਨੀਆ ਨੂੰ ਸੰਭਾਲ ਰਿਹਾ। ਜਦੋਂ ਉਹਦੀ ਸਾਰ ਨਹੀਂ ਜਾਣੀ, ਰਤਨਾ ਦੀ, ਪਰਮਾਤਮਾ ਦੇ ਬਾਰੇ ਨਹੀਂ ਜਾਣਿਆ ਸੀ, ਉਹਦੇ ਨਾਲ ਪਿਆਰ ਕਿਵੇਂ ਬਣੂਗਾ? ਜਿਹਨੂੰ ਰਤਨ ਕੋਈ ਵੇਖੇ ਨਹੀਂ, ਰਤਨ ਦਾ ਵਪਾਰ ਕਿਵੇਂ ਕਰ ਲਊਗਾ? ਆਪੇ ਆਪ ਲਿਖਾਏ। ਗੁਰੂ ਸਾਹਿਬ ਕਹਿੰਦੇ ਭਾਈ ਜਿਹਨੂੰ ਅੰਨਾ ਹੈਗਾ, ਅਣਜਾਣ ਹੈ, ਰਤਨਾਂ ਦਾ ਨਹੀਂ ਪਤਾ, ਕਦਰ ਨਹੀਂ ਜਾਣਦਾ, ਉਹ ਫਿਰ ਆਪਣਾ ਆਪ ਹੀ ਨਸ਼ਰ ਕਰਦਾ, ਆਪਣੇ ਆਪ ਨੂੰ ਵੱਡਾ ਕਰਦਾ ਅਤੇ ਆਪਣਾ ਅੰਨਾਪਨ ਜ਼ਹਿਰ ਆ ਜਾਂਦਾ ਉਹਦਾ। ਹੁਣ ਆਪਦੇ ਆਪ ਨੂੰ ਬੜਾ ਜੌਹਰੀ ਕਹਿੰਦਾ, ਨਾਲ ਇਹ ਵੀ ਹੈ ਅੱਜ ਅਸੀਂ ਆਪਣੇ ਆਪ ਦੇ ਵਿੱਚ ਹੀ ਬੜੇ ਆਪਣੇ ਆਪ ਨੂੰ ਵੱਡਾ ਕਹਿ ਰਹੇ ਹਾਂ, ਬੜੇ ਵੱਡੇ ਗੁਰੂ ਦੇ ਸਿੱਖ ਕਹਿ ਰਹੇ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਬੜਾ ਵੱਖਰਾ ਖੇਲ ਹੈ। ਸਿੱਖੀ ਨਿਮਰਤਾ ਤੋਂ ਸ਼ੁਰੂ ਹੁੰਦੀ ਹੈ, ਨਿਮਰਤਾ ਤੋਂ ਬਿਨਾਂ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ। ਹਉਮੈ ਛੱਡ ਕੇ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ। ਤਾਂ ਗੁਰੂ ਸਾਹਿਬ ਕਹਿੰਦੇ ਵੀ ਨਾਮ ਦੇ ਵਪਾਰੀ ਆ ਤੁਸੀਂ, ਪਰ ਨਾਮ ਦਾ ਪਤਾ ਨਹੀਂ ਤੁਹਾਨੂੰ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਕਹਿੰਦੇ ਇਹ ਪਰਮਾਤਮਾ ਦਾ ਨਾਮ ਜਪਣ ਆਇਆ ਮਨ, ਪਰ ਗੁਰੂ ਇਹਨੂੰ ਦੱਸਦਾ ਆ ਕੇ ਪੂਰਾ, ਗੁਰੂ ਭਾਈ ਤੂੰ ਨਾਮ ਜਪਣ ਆਇਆ। ਫਿਰ ਇਹ ਸਾਨੂੰ ਰਤਨਾਂ ਦਾ ਪਤਾ ਲੱਗਦਾ ਇਹ ਨਾਮ ਕੀ ਹੈ, ਪਰਮਾਤਮਾ ਕੀ ਹੈ। ਇਸ ਕਰਕੇ ਗੁਰੂ ਦੀ ਬਾਣੀ ਨੂੰ ਵੱਧ ਤੋਂ ਵੱਧ ਸਾਨੂੰ ਸਮਝਣਾ ਪਊਗਾ। ਅਗਿਆਨਤਾ ਦਾ ਹਨੇਰਾ ਬਾਣੀ ਦੇ ਰਾਹੀਂ ਖਤਮ ਕਰਨਾ ਸੀ, ਸਾਰੇ ਭਰਮ ਖਤਮ ਹੋ ਜਾਣੇ। ਮਹੱਲਾ ਦੂਜਾ। ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ, ਵੱਖਰ ਤੈ ਵਣਜਾਰਿਆ ਦੋਹਾਂ ਰਹੀ ਸਮਾਏ। ਜਿਨ ਗੁਣ ਪੱਲੇ ਨਾਨਕਾ, ਮਾਨਕ ਵਣਜੇ ਸੋਏ। ਨਾਨਕਾ ਜਿਨ ਗੁਣ ਪੱਲੇ ਨਾਨਕਾ, ਮਾਨਕ ਵਣਜੇ ਸੇ। ਰਤਨਾ ਸਾਰ ਨ ਜਾਣਨੀ, ਅੰਧੇ ਵਰਤੇ ਲੋਏ। ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ। ਗੁਰੂ ਸਾਹਿਬ ਕਹਿੰਦੇ ਤੁਹਾਨੂੰ ਪਤਾ ਨਹੀਂ, ਤੁਹਾਡੇ ਅੰਦਰ ਹੀ ਹੀਰੇ ਜਵਾਹਰ ਮਾਨਕ ਪਿਆ, ਪਰਮਾਤਮਾ ਦਾ ਨਾਮ ਪਿਆ, ਪਰਮਾਤਮਾ ਅੰਦਰ ਵਸ ਰਿਹਾ, ਪਰ ਤੁਸੀਂ ਅੰਨੇ ਆ, ਤੁਹਾਨੂੰ ਦੇਖਣਾ ਹੀ ਨਹੀਂ ਹੁੰਦਾ। ਗੁਰੂ ਫਿਰ ਆ ਕੇ ਸਾਨੂੰ ਦਿਖਾਉਂਦਾ, ਗੁਥਲੀ ਖੋਲ੍ਹਦਾ ਗੁਨਾਹ ਦੀ, ਹੀਰਿਆਂ ਦੀ। ਤਾਂ ਗੁਰੂ ਸਾਹਿਬ ਕਹਿੰਦੇ ਪਿਓ ਦਾਦੇ ਦਾ ਖਜ਼ਾਨੇ ਨੂੰ ਖੋਲ੍ਹ ਲਓ, ਗ੍ਰੰਥ ਸਾਹਿਬ ਨੂੰ ਸਮਝ ਲਓ।
ਬੜਾ ਮਨ ਦੇ ਵਿੱਚ ਨਿਧਾਨਾ ਆਉਣਾ, ਗਿਆਨ ਆਉਣਾ ਸਾਡੇ ਕੋਲੇ। ਕਹਿੰਦੇ ਜਦੋਂ ਸਤਿਗੁਰ ਨੇ ਆ ਕੇ ਪਰਮਾਤਮਾ ਦੇ ਗੁਣਾਂ ਦੀ, ਰਤਨਾਂ ਦੀ ਥੈਲੀ ਖੋਲ੍ਹੀ, ਸਾਰਾ ਸਮਝਾਇਆ, ਭਾਈ ਤੁਹਾਡੇ ਅੰਦਰ ਹੈ, ਕਿਉਂ ਦੁਖੀ ਹੋ ਰਹੇ ਹੋ? ਤੁਸੀਂ ਪਰਮਾਤਮਾ ਦਾ ਨਾਮ ਜਪ ਕੇ ਉਹਦੇ ਨਾਲ ਜੁੜ ਜਾਓ। ਵੱਖਰ ਤੈ ਵਣਜਾਰਿਆ ਦੋਹਾਂ ਰਹੀ ਸਮਾਈ। ਫਿਰ ਕਹਿੰਦੇ ਇਹ ਗੁੱਥੀ ਵੇਚਣ ਵਾਲੇ ਸਤਿਗੁਰ ਤੇ ਵਿਹਾਂਜਣ ਵਾਲੇ ਗੁਰਸਿੱਖ ਦੋਹਾਂ ਦੇ ਹਿਰਦੇ ਵਿੱਚ ਟਿਕ ਰਹੀ ਹੈ। ਦੋਹਾਂ ਨੂੰ ਇੱਕ ਗੁਣ ਪਿਆਰੇ ਹਨ। ਹੁਣ ਗੁਣ ਦੇਣ ਵਾਲਾ ਕੌਣ ਹੈ? ਗੁਰੂ ਹੈ, ਤੇ ਲੈਣ ਵਾਲੇ ਅਸੀਂ ਹਾਂ। ਪਰ ਲੈਣ ਵਾਸਤੇ ਜਾਈਏ, ਲਹਿਣਾ ਬਣ ਕੇ ਜਾਈਏ। ਗੁਰੂ ਸਾਹਿਬ ਜੀ ਸਾਨੂੰ ਦਿਓ ਕੁਛ ਬੁੱਧੀ ਦਿਓ, ਬਾਣੀ ਮੁਤਾਬਕ ਚੱਲਣਾ ਸੀ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਫਿਰ ਕੀ ਹੈ? ਵੱਖਰ ਤੇ ਵਣਜਾਰਿਆ ਦੋਹਾਂ ਰਹੀ ਸਮਾਈ। ਇਹ ਸਤਿਗੁਰ ਪਰਮਾਤਮਾ ਨਾਲ ਜੁੜਿਆ ਹੁੰਦਾ ਤੇ ਸਾਨੂੰ ਵੀ ਜੋੜ ਦਿੰਦਾ, ਸਾਨੂੰ ਵੀ ਨਾਮ ਦੀ ਕਿਰਪਾ ਕਰਾ ਦਿੰਦਾ। ਕਹਿੰਦੇ ਜਿਨ ਗੁਣ ਪੱਲੇ ਨਾਨਕਾ ਮਾਨਕ ਵੰਜੇ ਸੋਏ। ਪਰ ਗੁਰੂ ਸਾਹਿਬ ਕਹਿੰਦੇ ਜਿਹਦੇ ਕੋਈ ਗੁਰੂ ਦਾ ਗਿਆਨ ਹੈ, ਜਿਹਨੂੰ ਇਹ ਸਾਰੇ ਹੀਰੇ ਮੋਤੀਆਂ ਦੀ ਸਮਝ ਆ ਗਈ, ਪਰਮਾਤਮਾ ਦੀ ਸਮਝ ਆ ਗਈ, ਉਹ ਫਿਰ ਪਰਮਾਤਮਾ ਦੀ ਸਿਫਤਾਂ ਕਰ ਕਰਕੇ ਪਰਮਾਤਮਾ ਨਾਲ ਜੁੜ ਜਾਂਦਾ। ਪਰ ਜਿਨ ਗੁਣ ਪੱਲੇ, ਜਿਹਨੇ ਕੁਛ ਪਾ ਲਿਆ, ਜਿਹਨੇ ਗੁਣ ਪਾ ਲਏ, ਪਰਮਾਤਮਾ ਦੀ ਸਿਫਤਾਂ ਕਰ ਕਰਕੇ ਆਪਦੇ ਔਗਣ ਕੱਢ ਲੈਂਦਾ, ਤੇ ਗੁਣ ਆ ਜਾਂਦੇ ਆਦਮੀ 'ਚ ਵੀ। ਮਾਨਕ ਵੰਜੇ ਸੋਏ। ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਗੁਰੂ ਦਾ ਗਿਆਨ ਆ ਜਾਂਦਾ ਹੈ, ਫਿਰ ਉਹ ਪਰਮਾਤਮਾ ਦੀ ਸਿਫਤਾਂ ਕਰਦੇ ਆ। ਸਿਫਤਾਂ ਕਰ ਕਰਕੇ ਉਹਦਾ ਲੋਭ ਮੋਹ ਹੰਕਾਰ ਨਿਕਲਣਾ ਜਾਂਦਾ ਤੇ ਗੁਣ ਆਉਂਦੇ ਜਾਂਦੇ। ਉਹ ਮਨੁੱਖ ਹੀ ਨਾਮ ਦਾ ਰਤਨ ਵਜਾਉਂਦੇ ਆ। ਨਾਮ ਦਾ ਰਤਨ ਉਹਨਾਂ ਕੋਲ ਹੀ ਹੈ ਜਿਨ੍ਹਾਂ ਦੇ ਅੰਦਰ ਬਦਲਾਵ ਆ ਗਿਆ, ਜਿਨ੍ਹਾਂ ਦਾ ਸੁਭਾਅ ਬਦਲ ਗਿਆ, ਜਿਨ੍ਹਾਂ ਦੇ ਪੰਜੇ ਕਾਬੂ ਆ ਗਏ। ਉਹੀ ਅਸਲੀ ਗੁਣਾਂ ਵਾਲੇ ਆ, ਉਹੀ ਅਸਲੀ ਵਪਾਰੀ ਹੈ। ਰਤਨਾ ਸਾਰ ਨਾ ਜਨ ਇਹ ਅੰਧੇ ਵਰਤੇ ਲੋਏ। ਪਰ ਗੁਰੂ ਸਾਹਿਬ ਕਹਿੰਦੇ ਇਸ ਦੁਨੀਆ 'ਚ ਤਾਂ ਸਾਰੇ ਲੋਕ ਅੰਨੇ ਆ, ਰਤਨ ਦੀ ਸਾਰ ਨਹੀਂ, ਬਾਣੀ ਦਾ ਸਾਨੂੰ ਕੁਛ ਨਹੀਂ ਪਤਾ, ਪਰਮਾਤਮਾ ਬਾਰੇ ਕੁਛ ਨਹੀਂ ਪਤਾ, ਉਹਦੇ ਨਾਮ ਬਾਰੇ ਕੁਛ ਨਹੀਂ ਪਤਾ। ਪਰ ਇਸ ਨੂੰ ਜਾਣਦੇ ਨੇ, ਅੰਨਿਆਂ ਵਾਂਗ ਜਗਤ ਵਿੱਚ ਫਿਰਦੇ ਆ। ਕੋਈ ਅੰਨਾ ਹੋ ਕੇ ਬ੍ਰਹਮ ਗਿਆਨੀ ਬਣ ਕੇ ਬੈਠ ਜਾਂਦਾ, ਕੋਈ ਸੰਤ ਬਣ ਕੇ ਬੈਠ ਜਾਂਦਾ, ਪਰ ਅੰਦਰੋਂ ਅੰਨੇ। ਇਹ ਰਤਨਾਂ ਦੀ ਸਾਰ ਹੀ ਨਹੀਂ ਜਾਣੀ। ਜਿਹੜਾ ਸੰਤ ਬਣਿਆ, ਸਾਧੂ ਬਣਿਆ, ਬ੍ਰਹਮ ਗਿਆਨੀ ਬਣਿਆ, ਉਹਨੇ ਸਾਨੂੰ ਵੀ ਪਰਮਾਤਮਾ ਨਾਲ ਜੋੜਨਾ। ਉਹ ਆਪਦੇ ਔਗਣ ਕੱਢ ਲੈਂਦਾ ਤੇ ਸਾਡੇ ਵੀ ਕੱਢ ਦਿੰਦਾ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਭਾਈ ਜ਼ਿਆਦਾਤਰ ਲੋਕ ਬਾਣੀ ਪੜ੍ਹਦੇ ਜ਼ਰੂਰ ਹੈ, ਪਰ ਰਤਨਾਂ ਦੀ ਸਾਰ ਨਹੀਂ ਜਾਣੀ। ਉਹ ਇਸ ਵਪਾਰ ਦੀ ਕਦਰ ਨੂੰ ਜਾਣਿਆ ਨਹੀਂ, ਪਰਮਾਤਮਾ ਦੇ ਨਾਮ ਨੂੰ ਨਹੀਂ ਸਮਝਾਇਆ, ਪਰਮਾਤਮਾ ਨੂੰ ਗਾਉਣਾ ਨਹੀਂ ਆਇਆ। ਬਾਣੀ ਪੜ੍ਹ ਕੇ ਪਰਮਾਤਮਾ ਨੂੰ ਗਾਉਣਾ ਆਊਗਾ, ਉਹਦੀਆਂ ਸਿਫਤਾਂ ਕਰਨੀਆਂ ਆਉਣਗੀਆਂ, ਸਾਨੂੰ ਸਭ ਤਾਂ ਵੇਖਣ ਆ ਜਾਊਗਾ, ਉਹਦੇ ਨਾਮ ਦੀ ਸਮਝ ਆ ਜਾਂਦੀ ਹੈ। ਪਰ ਜ਼ਿਆਦਾਤਰ ਗੁਰੂ ਸਾਹਿਬ ਕਹਿੰਦੇ ਡੁਪਲੀਕੇਟ ਹੀ ਹੈ। ਫਿਰ ਪੌੜੀ 'ਚ ਗੁਰੂ ਸਾਹਿਬ ਕਹਿੰਦੇ ਭਾਈ ਆ ਸਰੀਰ ਹੈ ਕੀ ਹੈ? ਇਹ ਪਰਮਾਤਮਾ ਨੇ ਬਣਾਇਆ, ਇਹਦੇ 9 ਦਰਵਾਜ਼ੇ ਖੋਲ੍ਹੇ ਤੇ 10ਵਾਂ ਗੁਪਤ ਰਖਾਇਆ। ਗੁਪਤ ਹੈ ਪਰ ਕੀ ਆ ਦੇ ਨਹੀਂ ਜੀ, ਆ ਮੱਥੇ ਤੇ ਹੈ, ਤੇ ਮੱਥੇ ਤੇ ਹੁੰਦਾ। ਗੁਰੂ ਸਾਹਿਬ ਮੱਥੇ ਤੇ ਲਿਖ ਦਿੰਦੇ, ਗੁਪਤ ਕਿਉਂ ਲਿਖਿਆ? ਨਾਲੇ ਲਿਖ ਦੇਣਾ ਸੀ ਮੱਥੇ 'ਚ ਗੁਪਤ ਹੈ ਭਾਈ। ਪੌੜੀ 'ਚ ਗੁਰੂ ਸਾਹਿਬ ਦੇ 9 ਦਰਵਾਜ਼ੇ ਕਾਇਆ ਕੋਟ ਹੈ, 10ਵੇਂ ਗੁਪਤ ਰਕੀਜੇ, ਬਸਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖਲੀਜੇ। ਗੁਰੂ ਸਾਹਿਬ ਕਹਿੰਦੇ ਆ ਤੁਹਾਡਾ ਸਰੀਰ ਆ ਜਿਹੜਾ ਕਾਇਆ, ਇਹ ਇੱਕ ਕਿਲਾ ਹੈ, ਇਸ ਪਰਮਾਤਮਾ ਨੇ ਬਣਾਇਆ ਹੈ। 9 ਦਰਵਾਜ਼ੇ ਦੇ ਬਣਾਏ ਹੋਏ ਖੁੱਲ੍ਹੇ ਹੈ, 10ਵਾਂ ਦਰਵਾਜ਼ਾ ਉਹ ਗੁਪਤ ਰੱਖਿਆ ਹੋਇਆ। ਉਹ ਖੋਲ੍ਹਣਾ ਸੀ ਉਹ, ਪਰ ਗੁਰੂ ਦੇ ਨਾਲ ਪਿਆਰ ਪਾ ਕੇ ਖੁੱਲ੍ਹਦਾ ਹੈ। ਆਨੰਦ ਸਾਹਿਬ 'ਚ ਹੀ ਰੋਜ਼ ਅਸੀਂ ਪੜ੍ਹਦੇ ਹਾਂ,
ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਵਜਾਇਆ ਵਾਜਾ ਪਵਨ 9 ਦੁਆਰੇ ਪ੍ਰਗਟ ਕੀਏ। 10ਵਾਂ ਗੁਪਤ ਰਖਾਇਆ ਗੁਰਦੁਆਰੇ ਲਾਈ ਭਾਵਨੀ। ਇੱਕ ਨਾ 10ਵਾਂ ਦੁਆਰ ਦਿਖਾਇਆ। ਗੁਰੂ ਨਾਲ ਪਿਆਰ ਪਾ ਕੇ ਗੁਰੂ ਮੁਤਾਬਕ ਚੱਲ ਕੇ 10ਵਾਂ ਦੁਆਰ ਦੀ ਸਮਝ ਆਉਂਦੀ ਹੈ, ਦਿਖਾਈ ਦਿੰਦਾ ਸਾਨੂੰ। ਗੁਰੂ ਸਾਹਿਬ ਕਹਿੰਦੇ ਅੰਦਰ ਗੁਪਤ ਆ ਹੋ, ਪਰ ਗੁਰੂ ਦੇ ਰਾਹੀਂ ਖੁੱਲ੍ਹਿਆ ਜਾਂਦਾ। ਗੁਰੂ ਕੋਲੇ ਕੁੰਜੀ ਹੈ ਉਸ 10ਵੇਂ ਦੁਆਰ ਦੀ, ਪਰ ਗੁਰੂ ਅੱਜ ਕੇਵਲ ਗੁਰੂ ਗ੍ਰੰਥ ਸਾਹਿਬ ਹੈ। ਇਹ ਗੁਪਤ ਰੱਖਿਆ ਗਿਆ। ਕਹਿੰਦੇ ਬਜ਼ਰ ਕਬਾੜ ਨਾ ਖੋਲੇ। ਐਨ ਗੁਰੂ ਸਾਹਿਬ ਕਹਿੰਦੇ 10ਵਾਂ ਦਰਵਾਜ਼ਾ ਐ ਕਬਾੜ ਬਣ ਗਿਆ, ਉੱਤੇ ਜਰ ਲੱਗ ਗਈ ਹੈ। ਇਹ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗ ਗਈ ਹੈ। ਪਰਮਾਤਮਾ ਨੂੰ ਬਿਲਕੁਲ ਭੁੱਲ ਗਿਆ ਹੈ, ਵਿਛੜ ਗਿਆ ਹੈ। ਹੁਣ ਗੁਰੂ ਸਾਹਿਬ ਦੇ ਗੁਰ ਸ਼ਬਦ ਖਲੀਜੇ, ਗੁਰੂ ਦੀ ਬਾਣੀ ਨੂੰ ਸਮਝ ਕੇ ਖੋਲ੍ਹਿਆ ਜਾਂਦਾ। ਜੇ 10ਵਾਂ ਦੁਆਰ ਮੱਥੇ ਜ਼ਿਆਦਾ ਫਿਰ ਡਾਕਟਰ ਤੋਂ ਖਿਲਾ ਲਿਓ। ਗੁਰੂ ਦਾ ਸ਼ਬਦ ਕਿਵੇਂ ਖੋਲ੍ਹਦਾ? ਉਹ ਤਾਂ ਕਣ ਕਣ ਦੇ ਵਿੱਚ ਵਸਦਾ। ਪਰਮਾਤਮਾ ਦਾ ਸਾਡੇ ਸਰੀਰ ਦੇ ਕਣ ਕਣ 'ਚ ਹੈ, ਉਹਦਾ ਨਾਮ ਵੀ ਕਣ ਕਣ 'ਚ ਹੈ। ਪਰ ਗੁਰੂ ਸਾਹਿਬ ਕਹਿੰਦੇ 10ਵਾਂ ਦੁਆਰ ਤੇ ਕਬਾੜ ਬੜੇ ਕਲੜੇ ਬੰਦ ਹੋ ਗਏ ਆ, ਤੁਸੀਂ ਆਪਦੀ ਮੱਤ ਨਾਲ ਨਹੀਂ ਖੋਲ੍ਹ ਸਕਦੇ। ਕੇਵਲ ਗੁਰੂ ਸਤਿਗੁਰ ਦੇ ਸ਼ਬਦ ਰਾਹੀਂ ਖੁੱਲ੍ਹਦਾ ਹੈ, ਗੁਰੂ ਦੇ ਗਿਆਨ ਰਾਹੀਂ ਖੁੱਲ੍ਹਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ ਕਿਵੇਂ ਖੋਲ੍ਹਦਾ ਗੁਰੂ ਦਾ ਸ਼ਬਦ? ਗੁਰੂ ਦਾ ਸ਼ਬਦ ਸਾਨੂੰ ਪਰਮਾਤਮਾ ਬਾਰੇ ਸਮਝਾ ਕੇ ਉਹਦੀਆਂ ਸਿਫਤਾਂ ਕਰਨ 'ਤੇ ਲਾ ਦਿੰਦਾ, ਗੁਣ ਗਾਨ 'ਤੇ ਲਾ ਦਿੰਦਾ। ਜਿਵੇਂ ਜਿਵੇਂ ਅਸੀਂ ਉਹਦੇ ਗੁਣ ਗਾਨ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਤੂੰ ਹੀ ਕਰਦੇ ਹਾਂ, ਅੰਦਰੋਂ ਇੱਕ ਆਵਾਜ਼ ਚੱਲਣ ਲੱਗ ਜਾਂਦੀ, ਆਪਣੇ ਆਪ ਧੁਨ ਚੱਲ ਪੈਂਦੀ ਹੈ। ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੇ। ਗੁਰੂ ਸਾਹਿਬ ਦੇ ਜਿੱਦਣ ਤੁਹਾਨੂੰ ਗੁਰੂ ਦਾ ਸ਼ਬਦ ਸੁਣਨ ਲੱਗ ਗਿਆ, ਸਮਝ ਆ ਗਈ ਬਾਣੀ ਦੀ, ਉਦੋਂ ਹੀ ਗੁਰੂ ਸਾਹਿਬ ਕਹਿੰਦੇ ਇੱਕ ਰਸ ਰਾਹੀਂ ਅੰਦਰੋਂ ਹੀ ਤੂੰ ਹੀ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦੀ ਹੈ, ਬਿਨਾਂ ਬੋਲਿਆਂ ਤੋਂ ਹੀ। ਅੰਦਰੋਂ ਮਨ ਹੀ ਇੱਕ ਧੁਨ 'ਤੇ ਚੱਲ ਪੈਂਦਾ, ਉਹਦੇ ਬਾਰੇ ਸੋਚਦਾ ਰਹਿੰਦਾ। ਫਿਰ ਕਹਿੰਦੇ ਇਸ ਕਲੜੇ ਕਬਾੜ ਖੁੱਲ੍ਹ ਤਾਂ ਜਾਂਦੇ ਆ, ਪਰ ਕਦੋਂ ਖੁੱਲ੍ਹਦੇ? ਜਦੋਂ ਅਨਹਦ ਸ਼ਬਦ ਅੰਦਰੋਂ ਲਗਾਤਾਰ ਵੱਜਣ ਲੱਗ ਜਾਂਦੇ ਆ, ਜੋ ਗੁਰੂ ਦੇ ਸ਼ਬਦ ਰਾਹੀਂ ਸੁਣੇ ਜਾਂਦੇ ਆ। ਵਾਜੇ 5 ਸ਼ਬਦ ਤਿਤ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਏ। 5 ਦੂਤ ਦਵਸ ਕੀਤੇ ਕਾਲ ਕੰਟਕ ਮਾਰੇ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਫਿਰ ਤੁਹਾਨੂੰ ਕੰਮ ਕਰਦਿਆਂ, ਉੱਠਦੇ ਬਹਿੰਦੇ ਤੁਰਦੇ ਫਿਰਦੇ ਸੁੱਤਿਆਂ ਵੀ ਪਰਮਾਤਮਾ ਦੀ ਯਾਦ ਆਉਣ ਲੱਗ ਜਾਂਦੀ ਹੈ। ਆਪਣੇ ਆਪ ਹੀ ਅੰਦਰੋਂ ਯਾਦ ਚੱਲ ਪਵੇ ਉਹਨੂੰ ਅਨਹਦ। ਨਹੀਂ ਤਾਂ ਅਸੀਂ ਪਹਿਲਾਂ ਸ਼ੁਰੂਆਤ ਵਾਹਿਗੁਰੂ ਬੋਲ ਕੇ ਕਰਦੇ ਹਾਂ, ਜ਼ੁਬਾਨ ਨਾਲ ਬੋਲਣਾ ਪੈਂਦਾ। ਹੌਲੀ ਹੌਲੀ ਜ਼ੁਬਾਨ ਬੰਦ ਹੋ ਜਾਂਦੀ, ਅੰਦਰੋਂ ਹੀ ਅਨਹਦ ਸ਼ਬਦ ਚੱਲ ਪੈਂਦੇ। ਪਰ ਗੁਰੂ ਦੇ ਸ਼ਬਦ ਦੇ ਰਾਹੀਂ ਇਹ ਅਨਹਦ ਸ਼ਬਦ ਸੁਣੇ ਜਾਂਦੇ ਆ। ਤਿਤ ਘਟ ਅੰਤਰ ਚਾਨਣਾ ਕਰ ਭਗਤ ਮਲੀਜੇ। ਕਹਿੰਦੇ ਜਿਹਦੇ ਹਿਰਦੇ 'ਚ ਆਨੰਦ ਪੈਦਾ ਹੁੰਦਾ, ਹਿਰਦੇ 'ਚ ਗਿਆਨ ਦਾ ਚਾਨਣ ਹੋ ਜਾਂਦਾ, ਸਾਰੀ ਸਮਝ ਆ ਜਾਂਦੀ, ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ। ਰੱਬ ਦੀ ਭਗਤੀ ਕਰਕੇ ਉਹ ਮਨੁੱਖ ਪਰਮਾਤਮਾ ਨੂੰ ਮਿਲ ਜਾਂਦਾ। ਉਹਦੀਆਂ ਸਿਫਤਾਂ ਕਰ ਕਰਕੇ, ਗੁਣ ਗਾ ਗਾ ਕੇ ਉਸ ਦੇ ਨਾਲ ਜੁੜ ਜਾਂਦਾ ਹੈ। ਇਹ ਕਹਿੰਦਾ ਕਿਹਦੇ ਨਾਲ ਜੁੜਦਾ? ਸਭ ਮੇ ਏਕ ਵਰਤਦਾ। ਜਿਹੜਾ ਸਭ 'ਚ ਇੱਕ ਓਂਕਾਰ ਵਰਤਦਾ ਉਸ ਨਾਲ ਜੁੜਦਾ, ਉਹਦੇ ਨਾਲ ਅਸੀਂ ਸਭ ਨੇ ਜੁੜਨਾ। ਜਦੋਂ ਉਹਦੇ ਨਾਲ ਜੁੜੂਗਾ ਉਦੋਂ ਮਨ ਨੇ ਸ਼ਾਂਤ ਹੋਣਾ, ਉਦੋਂ 10ਵੇਂ ਦੁਆਰ ਖੁੱਲ੍ਹਣੇ। ਸਭ ਮੇ ਏਕ ਵਰਤਦਾ ਜਨ ਆਪੇ ਰਚਨ ਰਚਾਈ। ਗੁਰੂ ਸਾਹਿਬ ਕਹਿੰਦੇ ਜਿਸ ਪਰਮਾਤਮਾ ਨੇ ਰਚਨਾ ਰਚੀ ਉਹ ਸਾਰੇ ਜੀਆਂ 'ਚ ਵਿਆਪ ਰਿਹਾ, ਅਤੇ ਗੁਰੂ ਰਾਹੀਂ ਉਸ ਦਾ ਮਿਲਾਪ ਹੁੰਦਾ, ਉਹਨੂੰ ਮਨ 'ਚ ਵਸਾਇਆ ਜਾਂਦਾ। ਅਸੀਂ ਉਹਨੂੰ ਬਾਣੀ ਪੜ੍ਹ ਕੇ ਏਕ ਓਂਕਾਰ ਸੱਚ ਪਰਮਾਤਮਾ ਨੂੰ ਮਨ 'ਚ ਵਸਾਉਣਾ ਹੈ। 10ਵਾਂ ਦੁਆਰ ਖੋਲ੍ਹਣਾ ਹੈ, 9 ਦਰਵਾਜ਼ੇ ਨੂੰ ਬੰਦ ਕਰਨੇ ਹੈ। ਇਹ 9 ਦਰਵਾਜ਼ੇ ਜਿਹੜੇ
ਇਹ ਸਰੀਰ ਦੇ ਬਾਹਰ ਹੈ, 7 ਉੱਪਰ ਹੈ, 2 ਨੀਚੇ ਹੈ। ਇਹ ਖੁੱਲੇ ਰਹਿੰਦੇ, ਇਹ ਕੂੜ ਅੰਦਰ ਕੱਲੀ ਜਾਂਦੇ ਆ ਤੇ ਗੁਰੂ ਆ ਕੇ ਇਹਨਾਂ ਨੂੰ ਬੰਦ ਕਰਕੇ 10ਵਾਂ ਖੋਲ ਦਿੰਦਾ ਹੈ। ਉਸ ਦੇ ਵਿੱਚ ਮਨ ਦੇ ਵਿੱਚ ਫਿਰ ਪਰਮਾਤਮਾ ਬਾਰੇ ਹੀ ਖਿਆਲ ਚੱਲਣ ਲੱਗ ਜਾਂਦੇ ਆ, ਉਹਦੇ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ। ਇਹ 10ਵਾਂ ਦਵਾਰ ਕੀ ਹੈ? ਬਸ ਸਿਰਫ ਅਸੀਂ ਬਾਣੀ ਦੀ ਗੱਲ ਕਰੀਏ ਤੇ ਪਰਮਾਤਮਾ ਦੀ ਗੱਲ ਕਰੀਏ, ਸਮਝੋ ਸਾਡਾ 10ਵਾਂ ਦਵਾਰ ਖੁੱਲ ਗਿਆ। ਜੇ ਅਸੀਂ ਹੋਰ ਹੀ ਦੁਨਿਆਵੀ ਗੱਲਾਂ ਕਰਦੇ ਹਾਂ ਤਾਂ 10ਵਾਂ ਦਵਾਰ ਨਹੀਂ ਖੁੱਲਿਆ। ਨਾਮ ਦਾ ਵਪਾਰੀ ਹਾਂ ਅਸੀਂ, 9 ਦਰਵਾਜ਼ੇ ਆਪਣੇ ਆਪ ਬੰਦ ਹੋ ਜਾਂਦੇ ਆ ਤੇ ਗੁਰੂ 10ਵਾਂ ਖੋਲ ਦਿੰਦਾ। ਪਰ ਬਾਣੀ ਸਮਝਣੀ ਪਊ, ਕਮਾਉਣੀ ਪਊ, ਪਰਮਾਤਮਾ ਨੂੰ ਕਣ ਕਣ 'ਚ ਵਸਦਾ ਮਹਿਸੂਸ ਕਰਨਾ ਪਊ, ਦੇਖਣਾ ਪਊਗਾ। ਫਿਰ ਉਹਦੀਆਂ ਸਿਫਤਾਂ ਕਰ ਕਰਕੇ, ਗੁਣ ਗਾ ਗਾ ਕੇ, ਉਸਤਤ ਕਰ ਕਰਕੇ, ਕੀਰਤਨ ਕਰ ਕਰਕੇ ਉਹਦੇ ਨਾਲ ਜੁੜਿਆ ਜਾਂਦਾ ਹੈ। ਇਹੀ ਪਿਆਰ ਬਣਦਾ, ਔਰ ਪਿਆਰ ਕੋਈ ਸੁਭਾਵਿਕ ਬਣਦਾ ਹੈ। ਆਦਮੀ ਦਾ ਇਹ ਮਨ ਦਾ ਪਿਆਰ ਉਹਦੇ ਨਾਲ ਬੰਦਾ ਜਿਹਦੀਆਂ ਸਿਫਤਾਂ ਕਰਦਾ, ਗੁਣ ਗਾਣ ਕਰਦਾ, ਜਿਹੜਾ ਇਹਨੂੰ ਚੰਗਾ ਲੱਗਦਾ। ਤੇ ਪਰਮਾਤਮਾ ਤੇ ਗੁਰੂ ਤੋਂ ਬਿਨਾਂ ਹੋਰ ਕੋਈ ਚੰਗਾ ਨਹੀਂ, ਸਭ ਤੋਂ ਚੰਗੇ ਉਹੀ ਹੈ। ਪਰ ਜੇ ਸਾਨੂੰ ਬਾਣੀ ਸਮਝ ਆ ਜਾਵੇ ਤਾਂ ਫਿਰ ਗੁਰੂ ਦੀ ਸਮਝ ਆਉਂਦੀ ਹੈ, ਪਰਮਾਤਮਾ ਦੀ ਸਮਝ ਆਉਂਦੀ ਹੈ, ਉਹਨਾਂ ਦੀਆਂ ਪਾਵਰਾਂ ਦੀ ਸਮਝ ਆਉਂਦੀ ਹੈ। ਇਸ ਤਰੀਕੇ ਨਾਲ ਮਿਲ ਸਕਦੇ ਆ। ਇਹ ਸਾਡੀ 15ਵੀਂ ਪੌੜੀ ਤੇ 14ਵੀਂ ਪੌੜੀ ਕੀਤੀ ਅਸੀਂ। ਇਹਦੇ 'ਚ ਵੀ ਗੁਰੂ ਸਾਹਿਬ ਨੇ 10ਵੇਂ ਦਵਾਰ ਦੀ ਗੱਲ ਕੀਤੀ ਹੈ ਤੇ ਸਾਰੀ ਦੁਨੀਆ ਦੁੱਖਾਂ ਦਾ ਘਰ ਉਹਦੀ ਗੱਲ ਕੀਤੀ ਹੈ ਵੀ ਨਾਮ ਨੂੰ ਜਪਣ ਵਾਲਾ ਸੁਖੀ ਹੋ ਸਕਦਾ ਹੈ। ਤੇ ਤੁਸੀਂ ਨਾਮ ਜਪ ਲਓ, ਕਿਰਤ ਕਰਕੇ ਆਪਦਾ ਰੋਜੀ ਰੋਟੀ ਕਮਾਓ, ਉਹਦੇ ਨਾਲ ਤਨ ਰਾਜਦਾ ਹੈ ਤੇ ਨਾਮ ਦੇ ਨਾਲ ਮਨ ਰਾਜਦਾ ਹੈ। ਉਸ ਦੇ ਨਾਲ ਮਨ ਨੂੰ ਰਜਾ ਕੇ ਅਸੀਂ ਸੁਖੀ ਹੋ ਸਕਦੇ ਹਾਂ। ਉਦਾਹਰਨਾਂ ਦੇ ਦੇ ਕੇ ਗੁਰੂ ਸਾਹਿਬ ਸਮਝਾਉਂਦੇ ਆ, ਨਾਨਕ ਦੁਖੀਆ ਸਭ ਸੰਸਾਰ। ਬਸ ਕਿਹੜਾ ਜਿਹੜਾ ਨਾਮ ਨੂੰ ਜਪਦਾ ਉਹ ਸੁਖੀ ਹੋ ਜਾਂਦਾ, ਉਹਨੂੰ ਦੁੱਖ ਕੁਛ ਕਰਦੇ ਨਹੀਂ, ਉਹਦੇ ਪੰਜੇ ਵਿਕਾਰ ਉਹ ਤੋਂ ਦੂਰ ਹੋਣ ਲੱਗ ਜਾਂਦੇ। ਆਹੀ ਗੁਰੂ ਸਾਹਿਬ ਦਾ ਤਰੀਕਾ ਹੈ। ਉਸ ਪਰਮਾਤਮਾ ਨੂੰ ਜੁੜ ਕੇ ਅਸੀਂ 10ਵਾਂ ਦਵਾਰ ਖੋਲ੍ਹ ਕੇ ਪੰਜਾਂ ਨੂੰ ਕਾਬੂ ਕਰਨਾ ਹੈ, ਮਨ ਨੂੰ ਸ਼ਾਂਤ ਕਰਨਾ ਹੈ, ਸੱਚ ਦਾ ਭੋਜਨ ਖਾਣਾ ਹੈ। ਇਹ ਮਨ ਦੀ ਖੁਰਾਕ ਹੈ, ਉਹ ਗੁਰੂ ਗ੍ਰੰਥ ਸਾਹਿਬ ਰਾਹੀਂ ਮਿਲਣੀ ਹੈ। ਆਓ ਸਾਰੇ ਰਲ ਕੇ ਬਾਣੀ ਨੂੰ ਵੱਧ ਤੋਂ ਵੱਧ ਸਮਝੀਏ ਤੇ ਇਹਨੂੰ ਕਮਾਈਏ, 10ਵੇਂ ਦਵਾਰ ਖੋਲ੍ਹੀਏ, ਆਪਦੇ ਜ਼ਿੰਦਗੀ ਨੂੰ ਸਫਲ ਬਣਾਈਏ, ਸੁੱਖਾਂ ਦੀ ਮਣੀ ਨੂੰ ਲਈਏ, ਸੁਖੀ ਭਰਿਆ ਜੀਵਨ ਬਤੀਤ ਕਰਨਾ ਗੁਰੂ ਗ੍ਰੰਥ ਸਾਹਿਬ ਤੋਂ ਸਿੱਖੀਏ। ਇਹ ਸ਼ਬਦ ਪੜ੍ਹਦਿਆਂ ਤੋਂ, ਉਚਾਰਾਂ ਕਰਦਿਆਂ ਤੋਂ ਹੋਈਆਂ ਅਨੇਕਾਂ ਗਲਤੀਆਂ ਨੂੰ ਸਾਧ ਸੰਗਤ ਜੀ ਬਖਸ਼ ਲੈਣਾ, ਬਖਸ਼ ਦੇਣਾ। ਭੁੱਲਣਹਾਰ ਹੈ, ਕੁਛ ਆਉਂਦਾ ਨਹੀਂ, ਨਾ ਬਾਣੀ ਪੜ੍ਹਨੀ ਆਉਂਦੀ ਹੈ, ਨਾ ਵਿਚਾਰਨੀ ਆਉਂਦੀ ਹੈ, ਪਰ ਗੁਰੂ ਸਾਹਿਬ ਤੇ ਪਰਮਾਤਮਾ ਆਪੇ ਕਰਵਾ ਲੈਂਦੇ, ਜਿੰਨੀ ਕੁ ਸੋਝੀ ਦਿੰਦੇ ਹੈ। ਅਰਦਾਸ ਕਰਦੇ ਰਹਾਂਗੇ ਵੀ ਇਸ ਤਰ੍ਹਾਂ ਕਰਦੇ ਰਹੀਏ ਤਾਂ ਕਿ ਸਭ ਕੁਝ ਸਾਡਾ ਸਫਲ ਹੋ ਜਾਵੇ, ਬਾਣੀ ਵਿਚਾਰਨੀ ਆ ਜਾਵੇ, ਬਾਣੀ ਮੰਨਣੀ ਆ ਜਾਵੇ। ਬਾਣੀ ਤੋਂ ਬਿਨਾਂ ਅਸੀਂ ਸਫਲ ਨਹੀਂ ਹੋ ਸਕਦੇ, ਨਹੀਂ ਸਫਲ ਹੋ ਸਕਦੇ। ਇਹਨਾਂ ਕਹਿੰਦੇ ਖਿਮਾ ਦੇ ਜਾਚਕਾਂ ਹੋਈਆਂ ਭੁੱਲਾਂ ਦੀ ਵਾਰ-ਵਾਰ ਗਲਤੀ ਮਾफ़ी ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਗਾਤੇ ਤੂੰ ਅਥਾ